जय वाल्मीकि जय वाल्मीकि जय वाल्मीकि जय वाल्मीकि। जो बड़े सोन पर भगवान वाल्मीकि महाराज की जय। महाराज के चरण कमल धर्मास, श्रेष्ठ गुरु तुम जगत के तीन लोक के लाल। वाल्मीकि जय जय, भगवान वाल्मीकि जय जय। सकल सृष्टि के मालिक, सकल सृष्टि
वाल्मीकि महाराज की जय। जो बोले सो निरपै भगवान वाल्मीकि महाराज की जय। गुरु रूप साध संगत जी, एक बार फिर असी भगवान वाल्मीकि जी मंदिर बेडफोर्ड तो कांशी टीवी के माध्यम राही आप दे नाल भगवान वाल्मीकि जी की पवित्र बाणी श्री योग विशेष महारामायण के विचार ला के जुड़े हाँ। आओ सब तो पहलों उस प्रभु परमेश्वर नूं, पार ब्रह्म ईश्वर नूं नमस्कार करिए। सचित आनंद रूप आत्मा नूं जिस विच सर्व जीव पासते ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ ਤੇ ਜਿਸ ਤੋਂ ਗਿਆਤਾ ਗਿਆਨ ਤੇ ਗੇਮ, ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼ਯ, ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ ਤੇ ਜਿਸ ਆਨੰਦ ਦਾ ਕਰਕੇ ਜੀਵ ਜਿਉਂਦੇ ਹਨ, ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਪਿਛਲੇ ਹਫਤੇ ਜੋ ਪ੍ਰਸੰਗ ਦੀ ਸਮਾਪਤੀ ਹੋਈ ਸੀ ਉਸ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਅਵਿਦਿਆ ਭਾਵ ਅਗਿਆਨਤਾ ਉੱਪਰ ਉਪਦੇਸ਼ ਕਰ ਰਹੇ ਸੀਗੇ ਕਿ ਇਹ ਅਵਿਦਿਆ ਦਾ ਕਰਕੇ ਹੀ ਅਸੀਂ ਆਪਣੀ ਆਤਮਾ ਦੀ ਪਹਿਚਾਣ ਨਹੀਂ ਕਰ ਸਕਦੇ। ਭਰਮ ਭੁਲੇਖਿਆਂ ਦੇ ਵਿੱਚ ਪੈ ਕੇ ਅਸੀਂ ਆਪਣੇ ਆਪ ਨੂੰ ਆਪਣੇ ਮਨ ਦੇ ਮਗਰ ਲਾ ਕੇ ਸੰਸਾਰ ਦੇ ਨਾਲ ਜੋੜ ਲੈਂਦੇ ਹਾਂ ਔਰ ਸੰਸਾਰ ਦੇ ਜੋ ਪਦਾਰਥ ਹਨ ਉਹਨਾਂ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦਾ ਜੋ ਪ੍ਰਸੰਗ ਹੈ ਉਸ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਦੇ ਬਾਣੀ ਦਾ ਉਪਦੇਸ਼ ਸ਼੍ਰੀ ਰਾਮਚੰਦਰ ਜੀ ਨੂੰ ਉਹਨਾਂ ਦੇ ਗੁਰੂ ਕੋਲੋਂ, ਗੁਰੂ ਵਸ਼ਿਸ਼ਟ ਜੀ ਕੋਲੋਂ ਮਿਲਿਆ ਸੀ ਔਰ ਰਾਮਚੰਦਰ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਸੀ। ਅੱਜ ਦਾ ਪ੍ਰਸੰਗ ਉਤਪਤੀ ਪ੍ਰਕਰਣ ਦੇ ਵਿੱਚੋਂ ਅਸੀਂ ਆਪ ਦੇ ਸਾਹਮਣੇ ਪੇਸ਼ ਕਰ ਰਹੇ ਹਾਂ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਇਹ ਸਾਰਾ ਜਗਤ ਜਾਲ ਤੁਹਾਨੂੰ ਅਵਿਦਿਆ ਕਰਕੇ ਲੱਗਦਾ ਹੈ ਕਿ ਇਹ ਜੋ ਜਗਤ ਜਾਲ ਹੈ ਇਸ ਦਾ ਕਾਰਨ ਕੀ ਹੈ? ਇਸ ਦਾ ਕਾਰਨ ਹੈ ਅਵਿਦਿਆ, ਅਗਿਆਨਤਾ। ਉਸ ਦਾ ਕਰਕੇ ਇਹ ਜਗਤ ਜਾਲ ਜੋ ਹੈ ਸਾਡੇ ਅਦਾਲੇ ਪਦਾਲੇ ਫੈਲ ਗਿਆ ਹੈ। ਜਿਵੇਂ ਦੀਵੇ ਦੀ ਰੋਸ਼ਨੀ ਅੱਖ ਇੰਦਰੀਆਂ ਨੂੰ ਰੂਪ ਵਿਖਾਉਂਦੀ ਹੈ, ਤਿਵੇਂ ਹੀ ਅਵਿਦਿਆ ਜਿਨ੍ਹਾਂ ਪਦਾਰਥਾਂ ਨੂੰ ਵਿਖਾਉਂਦੀ ਹੈ ਉਹ ਸਾਡੇ ਅਸਤ ਰੂਪ ਹਨ। ਕਿ ਜਿਸ ਤਰ੍ਹਾਂ ਦੀਵੇ ਦੀ ਰੋਸ਼ਨੀ ਹੁੰਦੀ ਹੈ ਉਹ ਇੰਦਰੀਆਂ ਨੂੰ ਰੂਪ ਦਿਖਾਉਂਦੀ ਹੈ, ਬਿਲਕੁਲ ਉਸੇ ਹੀ ਤਰ੍ਹਾਂ ਇਹ ਜੋ ਅਵਿਦਿਆ ਹੈ, ਅਗਿਆਨਤਾ ਹੈ, ਇਸ ਦਾ ਕਰਕੇ ਅਸੀਂ ਪਦਾਰਥਾਂ ਨੂੰ ਦੇਖਦੇ ਹਾਂ ਔਰ ਜਿੰਨੇ ਵੀ ਪਦਾਰਥ ਹਨ ਉਹ ਸਾਰੇ ਅਸਤ ਰੂਪ ਭਾਵ ਕਿ ਸੱਚ ਨਹੀਂ ਹਨ, ਉਹ ਮਨ ਦੀ ਕਲਪਨਾ ਹੈ। ਜਿਵੇਂ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਮਨ ਦੀ ਕਲਪਨਾ ਵਿੱਚ ਹੈ ਤੇ ਜਿਵੇਂ ਸੁਪਨ ਸ੍ਰਿਸ਼ਟੀ ਭਾਸਦੀ ਹੈ ਤੇ ਉਹਨਾਂ ਵਿੱਚ ਅਨੇਕ ਸ਼ਾਖ ਵਾਲੇ ਬਿਰਸ਼ ਹੁੰਦੇ ਹਨ, ਉਹ ਸਾਰੇ ਅਸਤ ਰੂਪ ਹਨ, ਤਿਵੇਂ ਹੀ ਇਹ ਜਗਤ ਅਸਤ ਰੂਪ ਹੈ। ਸੋ ਉਦਾਹਰਣ ਦੇ ਕੇ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਜੋ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਹੈ ਇਹ ਸਾਰੀ ਮਨ ਦੀ ਕਲਪਨਾ ਵਿੱਚ ਹੈ। ਮਨ ਨੇ ਹੀ ਇਸ ਸ੍ਰਿਸ਼ਟੀ ਦੀ ਤਸਵੀਰ ਸਾਡੇ ਸਾਹਮਣੇ ਲਿਆਂਦੀ ਹੈ ਕਿ ਦੇਖੋ ਜਿਸ ਤਰ੍ਹਾਂ ਕੋਈ ਸੁੱਤਾ ਪਿਆ ਹੋਵੇ ਤੇ ਉਹਨੂੰ ਸੁਪਨੇ ਦੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ ਤੇ ਉਹ ਬਹੁਤ ਕੁਝ ਆਪਣੇ ਸੁਪਨੇ ਦੇ ਵਿੱਚ ਦੇਖਦਾ ਹੈ, ਜਿਸ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਸ਼ਾਖ ਵਾਲੇ ਬਿਰਸ਼ ਦੇਖਦਾ ਹੈ। ਪਰ ਜਦੋਂ ਉਸ ਨੂੰ ਜਾਗ ਆਉਂਦੀ ਹੈ ਤੇ ਕਹਿੰਦਾ ਹੈ ਕਿ ਸੁਪਨਾ ਸੀ, ਝੂਠ ਹੈ। ਸੋ ਉਹ ਜੋ ਬਿਰਸ਼ ਉਹਨੇ ਦੇਖੇ ਸੀ ਉਹ ਵੀ ਝੂਠ ਰੂਪ ਸੀ, ਸੱਚ ਨਹੀਂ ਸੀ। ਜਿਸ ਤਰ੍ਹਾਂ ਸੁਪਨਾ ਝੂਠਾ ਸੀ, ਇਸੇ ਹੀ ਤਰ੍ਹਾਂ ਇਹ ਜੋ ਸੰਸਾਰ ਅਸੀਂ ਸਾਡੇ ਸਾਹਮਣੇ ਦੇਖਦੇ ਹਾਂ ਇਹ ਮਨ ਦੀ ਕਲਪਨਾ ਹੈ, ਇਹ ਸੱਚ ਨਹੀਂ ਹੈ। ਜਿਵੇਂ ਮਿਰਗ ਤ੍ਰਿਸ਼ਨਾ ਦੀ ਨਦੀ ਵੱਡੇ ਅਡੰਬਰ ਸਹਿਤ ਲੱਗਦੀ ਹੈ, ਤਿਵੇਂ ਹੀ ਜਗਤ ਵੀ ਹੈ
ਫਿਰ ਤੋਂ ਦੀ ਭਗਵਾਨ ਵਾਲਮੀਕ ਜੀ ਸਾਨੂੰ ਮਿਰਗ ਤ੍ਰਿਸ਼ਨਾ ਭਾਵ ਕਿ ਜਦੋਂ ਰੇਗਿਸਤਾਨ ਦੇ ਵਿੱਚ ਸੂਰਜ ਨਿਕਲਦਾ ਹੈ, ਉਹਦੀ ਚਮਕ ਰੇਤਾ ਤੇ ਪੈਂਦੀ ਹੈ ਤੇ ਦੂਰੋਂ ਇਸ ਤਰ੍ਹਾਂ ਲੱਗਦਾ ਹੈ ਕਿ ਪਾਣੀ ਹੈ, ਪਰ ਉਹ ਪਾਣੀ ਨਹੀਂ ਹੁੰਦਾ, ਉਹ ਚਮਕ ਹੁੰਦੀ ਹੈ। ਉਹ ਪਾਣੀ ਸੱਚ ਨਹੀਂ ਹੁੰਦਾ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਸੰਸਾਰ ਹੈ, ਬਿਲਕੁਲ ਇਹ ਇੱਕ ਚਮਕ ਦੀ ਤਰ੍ਹਾਂ ਹੈ, ਇਹ ਸੱਚ ਨਹੀਂ ਹੈ। ਜਿਵੇਂ ਮਿਰਗ ਤ੍ਰਿਸ਼ਨਾ ਦੀ ਨਦੀ ਨੂੰ ਵੇਖ ਕੇ ਮੂਰਖ ਹਿਰਨ ਪਾਣੀ ਪੀਣ ਲਈ ਦੌੜਦੇ ਹਨ ਤੇ ਦੁਖੀ ਹੁੰਦੇ ਹਨ, ਤਿਵੇਂ ਹੀ ਜਗਤ ਦੇ ਪਦਾਰਥਾਂ ਨੂੰ ਵੇਖ ਕੇ ਅਗਿਆਨੀ ਦੌੜ ਕੇ ਯਤਨ ਕਰਦੇ ਹਨ ਤੇ ਗਿਆਨਵਾਨ ਤ੍ਰਿਸ਼ਨਾ ਲਈ ਯਤਨ ਨਹੀਂ ਕਰਦੇ। ਸੋ ਦੇਖੋ, ਉਹ ਜੋ ਰੇਗਿਸਤਾਨ ਦੇ ਵਿੱਚ ਪਾਣੀ ਦੀ ਗੱਲ ਭਗਵਾਨ ਵਾਲਮੀਕ ਜੀ ਨੇ ਸਾਨੂੰ ਦੱਸੀ ਹੈ, ਉਹ ਜੋ ਇੱਕ ਚਮਕ ਹੁੰਦੀ ਹੈ, ਪਾਣੀ ਨਹੀਂ ਹੁੰਦਾ। ਜਿਹੜੇ ਰੇਗਿਸਤਾਨ ਦੇ ਵਿੱਚ ਜਾਨਵਰ ਜਿਸ ਤਰ੍ਹਾਂ ਹਿਰਨ ਹੁੰਦੇ ਹਨ, ਉਹ ਦੂਰੋਂ ਦੇਖਦੇ ਹੈ ਕਿ ਪਾਣੀ ਹੈ ਤੇ ਉਧਰ ਨੂੰ ਦੌੜਦੇ ਹਨ ਤੇ ਜਦੋਂ ਲਾਗੇ ਜਾਂਦੇ ਹੈ ਉੱਥੇ ਕੁਝ ਵੀ ਨਹੀਂ ਹੁੰਦਾ ਤੇ ਉਹਨਾਂ ਨੂੰ ਪਾਣੀ ਪੀਣ ਲਈ ਨਹੀਂ ਮਿਲਦਾ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਮੂਰਖ ਜੀਵ ਹਨ, ਇਹ ਵੀ ਜਗਤ ਦੇ ਪਦਾਰਥਾਂ ਨੂੰ ਵੇਖ ਕੇ ਅਗਿਆਨੀ ਜੀਵ, ਅਵਿਦਿਆ ਦੇ ਨਾਲ ਭਰੇ ਹੋਏ ਜੀਵ ਜਿਹੜੇ ਹਨ, ਦੌੜ ਦੌੜ ਕੇ ਯਤਨ ਕਰਦੇ ਹਨ ਕਿ ਸਾਨੂੰ ਇਹ ਪਦਾਰਥ ਪ੍ਰਾਪਤ ਹੋ ਜਾਣ। ਪਰ ਜਿਹੜੇ ਦੂਸਰੇ ਪਾਸੇ ਜਿਹੜੇ ਗਿਆਨੀ ਜੀਵ ਹੁੰਦੇ ਹਨ, ਉਹ ਇਹ ਜੋ ਪਦਾਰਥ ਹਨ ਇਹਨਾਂ ਦੀ ਤ੍ਰਿਸ਼ਨਾ ਨਹੀਂ ਕਰਦੇ। ਉਹਨਾਂ ਨੂੰ ਪਤਾ ਹੈ, ਜਿਹੜੇ ਗਿਆਨੀ ਜੀਵ ਹਨ, ਕਿ ਇਹ ਜੋ ਸੰਸਾਰੀ ਪਦਾਰਥ ਹਨ ਇਹ ਸੱਚ ਨਹੀਂ, ਆਉਣ ਜਾਣ ਵਾਲੇ ਹਨ, ਹਮੇਸ਼ਾ ਸਾਡੇ ਨਾਲ ਨਹੀਂ ਰਹਿੰਦੇ। ਪਰ ਜਿਹੜੇ ਅਗਿਆਨੀ ਜੀਵ, ਅਵਿਦਿਆ ਵਾਲੇ ਜੀਵ ਹਨ, ਉਹ ਯਤਨ ਕਰਦੇ ਹਨ ਕਿ ਸਾਨੂੰ ਸੰਸਾਰੀ ਪਦਾਰਥ ਕਿਸੇ ਨਾ ਕਿਸੇ ਤਰ੍ਹਾਂ ਮਿਲ ਜਾਣ। ਜੇ ਉਹਨਾਂ ਨੂੰ ਮਿਲਦੇ ਵੀ ਹਨ ਤੇ ਉਹਨਾਂ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਦੂਰ ਨਹੀਂ ਹੁੰਦੀ। ਜੋ ਵੀ ਉਹਨੂੰ ਮਿਲਦਾ ਹੈ ਉਹਨਾਂ ਨੂੰ ਉਸ ਤੋਂ ਵੀ ਜ਼ਿਆਦਾ ਚਾਹੀਦਾ ਹੈ। ਇਸ ਕਰਕੇ ਉਹਨਾਂ ਦੀ ਜਿਹੜੀ ਭੱਜ ਦੌੜ ਹੈ ਕਦੀ ਵੀ ਸੰਸਾਰ ਦੇ ਵਿੱਚ ਖਤਮ ਨਹੀਂ ਹੋਣ ਤੇ ਆਉਂਦੀ। ਭੱਜ ਦੌੜ ਦੇ ਵਿੱਚ ਲੱਗੇ ਹੋਏ ਆਪਣੇ ਆਪ ਨੂੰ ਭੁੱਲ ਜਾਂਦੇ ਹਨ, ਆਪਣਾ ਸੱਚਾ ਸਰੂਪ ਜੋ ਹੈ ਉਸ ਨੂੰ ਭੁੱਲ ਜਾਂਦੇ ਹਨ, ਪਰਮਾਤਮਾ ਤੋਂ ਦੂਰ ਹੋ ਜਾਂਦੇ ਹਨ। ਜਿਉਂ-ਜਿਉਂ ਮੂਰਖ ਹਿਰਨ ਦੌੜਦੇ ਹਨ, ਤਿਉਂ-ਤਿਉਂ ਕਸ਼ਟ ਚੱਲਦੇ ਹਨ, ਸ਼ਾਂਤੀ ਨਹੀਂ ਪਾਉਂਦੇ। ਤਿਵੇਂ ਹੀ ਗਿਆਨੀ ਜਗਤ ਦੇ ਭੋਗਾਂ ਦੀ ਤ੍ਰਿਸ਼ਨਾ ਕਰਦੇ ਹਨ ਪਰ ਸ਼ਾਂਤੀ ਨਹੀਂ ਪਾਉਂਦੇ। ਸੋ ਜਿਸ ਤਰ੍ਹਾਂ ਦੇਖੋ, ਰੇਗਿਸਤਾਨ ਦੇ ਵਿੱਚ ਜੋ ਹਿਰਨ ਹੁੰਦੇ ਹਨ, ਉਹ ਮੂਰਖਤਾ ਦਾ ਕਰਕੇ ਉਹ ਪਾਣੀ ਪੀਣ ਲਈ ਦੌੜਦੇ ਹਨ, ਪਾਣੀ ਨਹੀਂ ਮਿਲਦਾ, ਕਸ਼ਟ ਪਾਉਂਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਜਿਹੜੇ ਅਗਿਆਨੀ ਜੀਵ ਹਨ ਇਸ ਸੰਸਾਰ ਦੇ ਵਿੱਚ, ਉਹਨਾਂ ਨੂੰ ਵੀ ਭੋਗਾਂ ਦੀ ਤ੍ਰਿਸ਼ਨਾ ਹਮੇਸ਼ਾ ਰਹਿੰਦੀ ਹੈ ਤੇ ਕਦੀ ਵੀ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ, ਕਿਉਂਕਿ ਇਹ ਜੋ ਸੰਸਾਰੀ ਭੋਗ ਹੈ ਇਹਨਾਂ ਦੇ ਨਾਲ ਸ਼ਾਂਤੀ ਕੀ ਮਿਲਣੀ ਹੈ, ਇਹਨਾਂ ਦੇ ਨਾਲ ਅਸ਼ਾਂਤੀ ਵੱਧਦੀ ਜਾਂਦੀ ਹੈ। ਜਿਵੇਂ ਲਹਿਰਾਂ ਦੇ ਬੁਦਬੁਦੇ ਸੁੰਦਰ ਲੱਗਦੇ ਹਨ ਪਰ ਗ੍ਰਹਿਣ ਕੀਤਿਆਂ ਕੁਝ ਨਹੀਂ ਨਿਕਲਦੇ, ਤਿਵੇਂ ਹੀ ਸ਼ਾਂਤੀ ਦਾ ਕਾਰਨ ਜਗਤ ਵਿੱਚ ਸਾਰ ਪਦਾਰਥ ਕੋਈ ਨਹੀਂ ਨਿਕਲਦਾ। ਸੋ ਦੇਖੋ, ਜਿਸ ਤਰ੍ਹਾਂ ਦੇਖੋ ਸਮੁੰਦਰ ਹੁੰਦਾ ਹੈ, ਉਹਦੇ ਚੋਂ ਲਹਿਰਾਂ ਉੱਠਦੀਆਂ ਹਨ ਤੇ ਲਹਿਰਾਂ ਦੇ ਵਿੱਚੋਂ ਪਾਣੀ ਦੇ ਬੁਲਬੁਲੇ ਨਿਕਲਦੇ ਹਨ, ਉੱਠਦੇ ਹਨ। ਉਹ ਦੇਖਣ ਨੂੰ ਬੜੇ ਸੋਹਣੇ ਲੱਗਦੇ ਹਨ, ਪਰ ਜੇ ਅਸੀਂ ਉਹਨਾਂ ਨੂੰ ਗ੍ਰਹਿਣ ਕਰੀਏ ਤੇ ਉਹਨਾਂ ਦੇ ਵਿੱਚ ਕੁਝ ਨਹੀਂ ਹੁੰਦਾ। ਬਿਲਕੁਲ ਇਸੇ ਹੀ ਤਰ੍ਹਾਂ ਇਹ ਸੰਸਾਰ ਦੇ ਸਾਨੂੰ ਪਦਾਰਥਾਂ ਦਾ ਕਰਕੇ ਕਦੀ ਸ਼ਾਂਤੀ ਨਹੀਂ ਮਿਲੇਗੀ। ਅਸਲ ਦੇ ਵਿੱਚ ਤਾਂ ਜੋ ਸਾਨੂੰ ਪਦਾਰਥ ਮਿਲਦੇ ਹਨ ਉਹਨਾਂ ਤੋਂ ਸਾਡੀ ਜਿਹੜੀ ਤ੍ਰਿਸ਼ਨਾ ਦੂਰ ਨਹੀਂ ਹੁੰਦੀ, ਔਰ ਸਾਡੀ ਕੋਸ਼ਿਸ਼ ਹੋਰ ਵੀ ਇਸ ਦੇ ਵਿੱਚ ਵੱਧਦੀ ਹੈ ਕਿ ਅਸੀਂ ਹੋਰ ਪਦਾਰਥ ਪ੍ਰਾਪਤ ਕਰੀਏ। ਜਿਸ ਤਰ੍ਹਾਂ ਆਪਾਂ ਦੇਖਿਆ ਹੈ, ਧਨ ਦੌਲਤ ਲੈ ਲਓ, ਜੇ ਸਾਨੂੰ ਧਨ ਦੌਲਤ ਮਿਲਦੀ ਹੈ ਤੇ ਅਸੀਂ ਕਦੀ ਵੀ ਉਸ ਦੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਕਿ ਪਰਮਾਤਮਾ ਨੇ ਸਾਨੂੰ ਧਨ ਦੌਲਤ ਦਿੱਤੀ ਹੈ, ਸਾਡੇ ਲਈ ਬਹੁਤ ਹੈ,
ਪਰ ਅਸੀਂ ਕੀ ਕਰਦੇ ਹਾਂ ਕਿ ਸਾਨੂੰ ਜੋ ਧਨ ਦੌਲਤ ਮਿਲਦੀ ਹੈ ਅਸੀਂ ਦੇਖਦੇ ਦੂਸਰਿਆਂ ਵੱਲ ਦੇਖਦੇ ਹਾਂ ਕਿ ਉਹਨਾਂ ਤੋਂ ਤਾਂ ਸਾਡੇ ਤੋਂ ਜਾਸਤੀ ਧਨ ਦੌਲਤ ਹੈ, ਅਤੇ ਸਾਡੀ ਫਿਰ ਕੀ ਕੋਸ਼ਿਸ਼ ਬਣ ਜਾਂਦੀ ਹੈ ਕਿ ਅਸੀਂ ਯਤਨ ਕਰਦੇ ਹਾਂ ਕਿ ਅਸੀਂ ਦੂਸਰਿਆਂ ਨਾਲੋਂ ਵੀ ਜਾਸਤੀ ਧਨ ਦੌਲਤ ਪ੍ਰਾਪਤ ਕਰੀਏ। ਭੱਜ ਦੌੜ ਦੇ ਵਿੱਚ ਲੱਗੇ ਹੋਏ ਕਦੀ ਵੀ ਸ਼ਾਂਤੀ ਨਹੀਂ ਪ੍ਰਾਪਤ ਕਰਦੇ। ਜੜ ਰੂਪ ਅਵਿਦਿਆ ਜਗਤ ਆਕਾਰ ਹੋਈ ਹੈ, ਉਹ ਚੇਤਨ ਤੋਂ ਅਭਿੰਨ ਰੂਪ ਹੈ, ਪਰ ਪਿੰਡ ਦੀ ਨਿਆਈ ਟਿਕੀ ਹੋਈ ਹੈ। ਇਹ ਜੋ ਅਵਿਦਿਆ ਹੈ ਇਹ ਜੜ ਰੂਪ ਹੈ, ਕਿਸੇ ਨੇ ਅਵਿਦਿਆ ਨੂੰ ਦੇਖਿਆ ਨਹੀਂ, ਅਗਿਆਨਤਾ ਨੂੰ। ਇਹਦਾ ਕੋਈ ਆਕਾਰ ਨਹੀਂ ਹੈ ਔਰ ਚੇਤਨ ਤੋਂ ਉਹ ਬਿਲਕੁਲ ਵੱਖਰੀ ਹੈ, ਪਰ ਦੇਖਣ ਨੂੰ ਸੱਚ ਲੱਗਦੀ ਹੈ। ਜਿਵੇਂ ਮੱਕੜੀ ਆਪਣੀ ਤੰਤੂ ਫੈਲਾ ਕੇ ਫਿਰ ਆਪਣੇ ਵਿੱਚ ਲੀਨ ਕਰ ਲੈਂਦੀ ਹੈ, ਉਹ ਉਸ ਤੋਂ ਬਿਨ ਰੂਪ ਹੈ, ਪਰ ਬਿਨ ਨਿਆਇ ਲੱਗਦੀ ਹੈ। ਕਿ ਦੇਖੋ ਜਿਸ ਤਰ੍ਹਾਂ ਇੱਕ ਮੱਕੜੀ ਹੁੰਦੀ ਹੈ, ਉਹ ਆਪਣੀ ਤੰਤੂ, ਉਹ ਜੋ ਜਾਲਾ ਹੁੰਦਾ ਹੈ ਉਹਨੂੰ ਫੈਲਾਉਂਦੀ ਹੈ, ਫਿਰ ਆਪਣੇ ਆਪ ਵਿੱਚ ਲੀਨ ਕਰ ਲੈਂਦੀ ਹੈ। ਉਹ ਜਾਲਾ ਉਸ ਤੋਂ ਵੱਖਰਾ ਨਹੀਂ ਹੈ, ਪਰ ਵੱਖਰਾ ਦੇਖਣ ਨੂੰ ਲੱਗਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਅਵਿਦਿਆ ਜੋ ਹੈ ਉਹ ਵੀ ਇਸੇ ਤਰ੍ਹਾਂ ਹੈ। ਵਿਦਿਆ ਆਪਣੀ ਜਗ੍ਹਾ ਤੇ ਟਿਕੀ ਹੋਈ ਹੈ। ਮੂਰਖਤਾ ਦਾ ਕਰਕੇ ਅਸੀਂ, ਅਗਿਆਨਤਾ ਦਾ ਕਰਕੇ ਅਸੀਂ ਇਸ ਸੰਸਾਰ ਦੇ ਵਿੱਚ ਫਸ ਜਾਂਦੇ ਹਾਂ, ਸਾਨੂੰ ਸ਼ਾਂਤੀ ਨਹੀਂ ਮਿਲਦੀ। ਭਗਵਾਨ ਵਾਲਮੀਕ ਜੀ ਅੱਗੇ ਚੱਲ ਕੇ ਸਾਨੂੰ ਸਮਝਾਉਂਦੇ ਹਨ ਕਿ ਜਿਵੇਂ ਅੱਗ ਤੋਂ ਧੂੰਆਂ ਨਿਕਲ ਕੇ ਬੱਦਲ ਦਾ ਆਕਾਰ ਉਹ ਰਸ ਖਿੱਚਦਾ ਹੈ ਤੇ ਬੱਦਲ ਰਚਦੀ ਹੈ, ਉਹ ਜਗਤ ਵਿੱਚ ਜੀਵ ਕੜੀਅੰਤੀ ਵਾਂਗ ਭਟਕਦਾ ਹੈ। ਕਿ ਦੇਖੋ ਜਿਸ ਤਰ੍ਹਾਂ ਅੱਗ ਤੋਂ ਧੂੰਆਂ ਨਿਕਲ ਕੇ ਉਹ ਬੱਦਲ ਦਾ ਆਕਾਰ ਧਰ ਲੈਂਦਾ ਹੈ ਤੇ ਬੱਦਲਾਂ ਦੇ ਵਿੱਚੋਂ ਹੋ ਕੇ ਵਰਖਾ ਕਰਦਾ ਹੈ, ਤਿਵੇਂ ਹੀ ਵਿਦਿਆ ਆਤਮਾ ਤੋਂ ਉਪਜ ਕੇ ਆਤਮਾ ਦੀ ਸਤਾ ਪਾ ਕੇ ਜਗਤ ਰਚਦੀ ਹੈ। ਉਹ ਜਗਤ ਵਿੱਚ ਜੀਵ ਕੜੀਅੰਤਰ ਵਾਂਗ ਭਟਕਦੇ ਫਿਰਦੇ ਹੈ। ਕਿ ਦੇਖੋ ਜਿਸ ਤਰ੍ਹਾਂ ਧੂੰਆਂ ਹੁੰਦਾ ਹੈ, ਅੱਗ ਚੋਂ ਨਿਕਲਦਾ ਹੈ, ਆਕਾਸ਼ ਦੇ ਵਿੱਚ ਬੱਦਲਾਂ ਦੇ ਵਿੱਚ ਚਲੇ ਜਾਂਦਾ ਹੈ ਔਰ ਬੱਦਲਾਂ ਨਾਲ ਮਿਲ ਕੇ ਬਰਸਾਤ ਵਰਖਾ ਪੈਂਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜੀਵ ਜੋ ਹੈ ਸੰਸਾਰ ਤੇ ਜਨਮ ਲੈ ਕੇ ਜਿਸ ਤਰ੍ਹਾਂ ਇੱਕ ਚੱਕਰ ਰੱਸੀ ਦੇ ਉੱਤੇ ਘੁੰਮਦਾ ਫਿਰਦਾ ਹੈ, ਉਸੇ ਹੀ ਤਰ੍ਹਾਂ ਇਹ ਜੋ ਜੀਵ ਹਨ ਸੰਸਾਰ ਦੇ ਜਨਮ ਲੈ ਕੇ ਸੰਸਾਰ ਦੇ ਵਿੱਚ ਘੁੰਮਦੇ ਫਿਰਦੇ ਹਨ। ਜਿਵੇਂ ਰੱਸੀ ਨਾਲ ਬੱਝਿਆ ਹੋਇਆ ਘੜੀਆਂ ਉੱਪਰ ਹੇਠਾਂ ਭਟਕਦੀਆਂ ਹਨ, ਤਿਵੇਂ ਹੀ 3 ਗੁਣਾਂ ਦੀ ਵਾਸ਼ਨਾ ਨਾਲ ਬੱਝਿਆ ਹੋਇਆ ਜੀਵ ਭਟਕਦਾ ਫਿਰਦਾ ਹੈ। ਫਿਰ ਤੋਂ ਦੀ ਭਗਵਾਨ ਵਾਲਮੀਕ ਜੀ ਸਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਰੱਸੀ ਦੇ ਉੱਤੇ ਜੋ ਚੱਕਰ ਹੁੰਦੇ ਹਨ ਉਹ ਕਦੇ ਉੱਪਰ ਜਾਂਦੇ ਹਨ, ਕਦੇ ਹੇਠਾਂ ਨੂੰ ਆਉਂਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ 3 ਗੁਣਾਂ ਦੀ ਵਾਸਨਾ ਨਾਲ ਬੱਝਿਆ ਹੋਇਆ ਜੀਵ ਹੈ ਉਹ ਵੀ ਸੰਸਾਰ ਦੇ ਵਿੱਚ ਭਟਕਦਾ ਫਿਰਦਾ ਹੈ, ਕਦੇ ਉੱਪਰ ਜਾਂਦਾ, ਕਦੇ ਨੀਚੇ ਆਉਂਦਾ ਹੈ। ਭਾਵ ਕਿ ਇੱਥੇ ਜਨਮ ਲੈਂਦਾ ਹੈ ਤੇ ਜਨਮ ਲੈ ਕੇ ਆਪਣੀ ਆਯੂ ਪੂਰੀ ਕਰਕੇ ਨਰਕਾਂ ਦੇ ਚਲ ਜਾਂਦਾ ਹੈ, ਫਿਰ ਵਾਪਸ ਇੱਥੇ ਉਹਦਾ ਜਨਮ ਹੁੰਦਾ ਹੈ। ਜਿਵੇਂ ਚਿੱਕੜ ਤੋਂ ਕਮਲ ਦੀ ਜੜ ਉੱਗਦੀ ਹੈ ਤੇ ਉਸ ਦੇ ਅੰਦਰ ਛੇਦ ਹੁੰਦਾ ਹੈ, ਤਿਵੇਂ ਹੀ ਅਵਿਦਿਆ ਰੂਪੀ ਚਿੱਕੜ ਤੋਂ ਜਗਤ ਪੈਦਾ ਹੋਇਆ ਹੈ ਤੇ ਵਿਕਾਰ ਰੂਪੀ ਦ੍ਰਿਸ਼ ਇਸ ਵਿੱਚ ਲੁਕੇ ਹਨ। ਸ੍ਰੇਸ਼ਟ ਇਸ ਵਿੱਚ ਕੁਝ ਨਹੀਂ। ਸੋ ਭਗਵਾਨ ਵਾਲ ਜੀ ਬੜੀ ਸੋਹਣੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਦੇਖੋ ਚਿੱਕੜ ਦੇ ਵਿੱਚੋਂ ਕਮਲ ਫੁੱਲ ਹੁੰਦਾ ਹੈ, ਉਹਦੀ ਜੜ ਉੱਗਦੀ ਹੈ ਤੇ ਉਹਦੇ ਅੰਦਰ ਛੇਦ ਹੁੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਅਵਿਦਿਆ ਰੂਪੀ ਅਗਿਆਨਤਾ ਰੂਪੀ ਚਿੱਕੜ ਹੈ ਉਸ ਤੋਂ ਜਗਤ ਪੈਦਾ ਹੋਇਆ ਹੈ ਤੇ ਵਿਕਾਰ ਰੂਪੀ ਦ੍ਰਿਸ਼ ਇਸ ਵਿੱਚ ਲੁਕੇ ਹਨ। ਇਹ
ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ ਇਹ ਸੰਸਾਰ। ਸ੍ਰੇਸ਼ਟ ਇਸ ਵਿੱਚ ਕੁਛ ਨਹੀਂ, ਇਹਦੇ ਵਿੱਚ ਕੋਈ ਵੀ ਅੱਛੀ ਚੀਜ਼ ਨਹੀਂ ਹੈ। ਉਹ ਚੀਜ਼ ਨਹੀਂ ਹੈ ਜਿਸ ਨੂੰ ਸਾਨੂੰ ਅਸਲ ਦੇ ਵਿੱਚ ਪਾਉਣਾ ਚਾਹੀਦਾ ਹੈ। ਜਿਵੇਂ ਅੱਗ ਘਿਓ ਦੇ ਬਾਲਣ ਦੇ ਮੇਲ ਨਾਲ ਵੱਧਦੀ ਜਾਂਦੀ ਹੈ, ਤਿਵੇਂ ਹੀ ਅਵਿਦਿਆ ਵਿਸ਼ੇ ਵਿਕਾਰਾਂ ਦੀ ਤ੍ਰਿਸ਼ਨਾ ਨਾਲ ਵੱਧਦੀ ਜਾਂਦੀ ਹੈ। ਜਿਵੇਂ ਘਿਓ ਤੇ ਬਾਲਣ ਬਿਨਾਂ ਅੱਗ ਸ਼ਾਂਤ ਹੋ ਜਾਂਦੀ ਹੈ, ਤਿਵੇਂ ਹੀ ਤ੍ਰਿਸ਼ਨਾ ਬਿਨਾਂ ਅਵਿਦਿਆ ਸ਼ਾਂਤ ਹੋ ਜਾਂਦੀ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜੇ ਅਸੀਂ ਅੱਗ ਦੇ ਵਿੱਚ ਘਿਓ ਪਾਈਏ ਤੇ ਜਦੋਂ ਅੱਗ ਦਾ ਤੇ ਘਿਓ ਦਾ ਮੇਲ ਹੁੰਦਾ ਹੈ ਤੇ ਉਹ ਅੱਗ ਵੱਧਦੀ ਜਾਂਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਅਵਿਦਿਆ ਦਾ ਕਰਕੇ, ਗਿਆਨਤਾ ਦਾ ਕਰਕੇ ਇਹ ਜੋ ਸੰਸਾਰੀ ਵਿਸ਼ੇ ਵਿਕਾਰ ਹਨ, ਅਸੀਂ ਇਹਨਾਂ ਦੀ ਜੋ ਇਹ ਵਿਸ਼ੇ ਵਿਕਾਰਾਂ ਦੀ ਜੋ ਤ੍ਰਿਸ਼ਨਾ ਹੈ ਉਹ ਵੱਧਦੀ ਜਾਂਦੀ ਹੈ। ਜਿਸ ਤਰ੍ਹਾਂ ਘਿਓ ਦੇ ਬਾਲਣ ਬਿਨਾਂ ਅੱਗ ਸ਼ਾਂਤ ਹੋ ਜਾਂਦੀ ਹੈ, ਤਿਵੇਂ ਹੀ ਤ੍ਰਿਸ਼ਨਾ ਬਿਨਾਂ ਵਿਦਿਆ ਸ਼ਾਂਤ ਹੋ ਜਾਂਦੀ ਹੈ। ਕਿ ਜੇ ਸਾਡੇ ਵਿੱਚ ਤ੍ਰਿਸ਼ਨਾ ਨਾ ਹੋਏ ਤੇ ਸਾਡੀ ਜਿਹੜੀ ਅਵਿਦਿਆ ਹੈ, ਗਿਆਨਤਾ ਹੈ, ਉਹ ਸ਼ਾਂਤ ਹੋ ਜਾਵੇਗੀ। ਜਿਸ ਤਰ੍ਹਾਂ ਅਸੀਂ ਅੱਗ ਦੇ ਵਿੱਚ ਘਿਓ ਨਾ ਪਾਈਏ ਤੇ ਹੌਲੀ ਹੌਲੀ ਉਹ ਅੱਗ ਬੁਝ ਜਾਵੇਗੀ। ਜਦ ਵਿਵੇਕ ਰੂਪੀ ਜਲ ਪਏ ਤੇ ਤ੍ਰਿਸ਼ਨਾ ਰੂਪੀ ਘਿਓ ਨਾ ਪਏ ਤਦ ਅੱਗ ਰੂਪ ਵਿਦਿਆ ਨਸ਼ਟ ਹੋ ਜਾਂਦੀ ਹੈ, ਨਹੀਂ ਤਾਂ ਨਸ਼ਟ ਨਹੀਂ ਹੁੰਦੀ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਦੋਂ ਗਿਆਨ ਰੂਪੀ ਜਲ ਜਦੋਂ ਪੈਂਦਾ ਹੈ ਤੇ ਤ੍ਰਿਸ਼ਨਾ ਰੂਪੀ ਜਿਹੜਾ ਘਿਓ ਹੈ ਉਹ ਨਾ ਪਵੇ ਤਾਂ ਅੱਗ ਰੂਪੀ ਜਿਹੜੀ ਅਵਿਦਿਆ ਹੈ, ਅਗਿਆਨਤਾ ਹੈ, ਉਹ ਨਸ਼ਟ ਹੋ ਜਾਵੇਗੀ, ਨਹੀਂ ਤਾਂ ਇਹ ਨਸ਼ਟ ਨਹੀਂ ਹੋਵੇਗੀ। ਸੋ ਜਦੋਂ ਸਾਡੇ ਵਿੱਚ ਪਰਮਾਤਮਾ ਦੇ ਨਾਮ ਦਾ ਗਿਆਨ ਆਵੇਗਾ ਤੇ ਫਿਰ ਇਹ ਜਿਹੜੀ ਅਵਿਦਿਆ ਅਗਿਆਨਤਾ ਹੈ ਇਹ ਦੂਰ ਹੋ ਜਾਵੇਗੀ। ਜਿਸ ਤਰ੍ਹਾਂ ਅੱਗ ਦੇ ਵਿੱਚ ਅਸੀਂ ਘਿਓ ਨਾ ਪਾਈਏ ਤੇ ਅੱਗ ਸ਼ਾਂਤ ਹੋ ਜਾਵੇਗੀ, ਇਸੇ ਹੀ ਤਰ੍ਹਾਂ ਜਦੋਂ ਸਾਡੇ 'ਚੋਂ ਅਵਿਦਿਆ ਭਾਵ ਅਗਿਆਨਤਾ ਨਸ਼ਟ ਹੋ ਜਾਵੇਗੀ ਤਾਂ ਸਾਨੂੰ ਸ਼ਾਂਤੀ ਮਿਲੇਗੀ। ਤੇ ਜਿੰਨੀ ਦੇਰ ਤੱਕ ਅਵਿਦਿਆ ਨਸ਼ਟ ਨਹੀਂ ਹੁੰਦੀ ਉਨੀ ਦੇਰ ਤੱਕ ਅਸੀਂ ਸੰਸਾਰ ਦੇ ਵਿੱਚ ਸ਼ਾਂਤੀ ਨਹੀਂ ਪਾ ਸਕਦੇ। ਸੋ ਭਗਵਾਨ ਵਾਲਮੀਕ ਜੀ ਜੋ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਆਪਣੀ ਅਵਿਦਿਆ ਅਗਿਆਨਤਾ ਨੂੰ ਦੂਰ ਕਰਨਾ ਹੈ, ਗਿਆਨ ਦੀ ਪ੍ਰਾਪਤੀ ਕਰਨੀ ਹੈ, ਫਿਰ ਸਾਨੂੰ ਸ਼ਾਂਤੀ ਮਿਲੇਗੀ। ਗੁਰੂ ਪਿਆਰੀ ਸਾਧ ਸੰਗਤ ਜੀ ਬ੍ਰੇਕ ਵੱਲ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਦੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। बोले सो निरभय भगवान वाल्मीकि महाराज की। पाया तेरे दरे तो रहमत हजारा, पाया तेरे दरे तो रहमत हजारा, शुक्र गुजारा तेरा शुक्र गुजारा, शुक्र गुजारा तेरा शुक्र गुजारा। दार दार रोल दिसा किसे ना संभालिया, दार दार रोल दिसा किसे ना संभालिया।
ਨੂੰ ਦੇਖ ਅੱਖਾਂ ਹੱਸ ਪਈਆਂ ਰੋਂਦੀਆਂ, ਰਹਿਮਤਾਂ ਨੂੰ ਦੇਖ ਅੱਖਾਂ ਹੱਸ ਪਈਆਂ ਰੋਂਦੀਆਂ। ਤੇਰੇ ਉਪਕਾਰ ਦੀਆਂ ਸਿਫਤਾਂ ਹੀ ਹੁੰਦੀਆਂ, ਤੇਰੇ ਉਪਕਾਰ ਦੀਆਂ ਸਿਫਤਾਂ ਹੀ ਹੁੰਦੀਆਂ। ਕਿਉਂ ਨਾ ਤੇਰੇ ਚਰਨਾਂ ਤੋਂ, ਕਿਉਂ ਨਾ ਤੇਰੇ ਚਰਨਾਂ ਤੋਂ ਤਨ ਮਨ ਵਾਰਾਂ। ਸ਼ੁਕਰ ਗੁਜ਼ਾਰ ਤੇਰਾ, ਸ਼ੁਕਰ ਗੁਜ਼ਾਰ, ਸ਼ੁਕਰ ਗੁਜ਼ਾਰ स्वामी, शुक्र गुजार। पाया मेरे दरे रूप रहमता हज़ारा, पाया मेरे दरे रूप रहमता हज़ारा। शुक्र गुजार तेरा, शुक्र गुजारा, शुक्र गुजारा स्वामी, शुक्र गुजारा। जो बोले सो निरपै भगवान वाल्मीकि महाराज की जय। जो बोले सो निरपै भगवान वाल्मीकि महाराज की जय। गुरु रूप साध संगत जी, ब्रेक तो बाद ਅਸੀਂ ਇੱਕ ਵਾਰੀ ਫੇਰ ਆਪ ਦੇ ਨਾਲ ਭਗਵਾਨ ਵਾਲਮੀਕ ਜੀ ਦੀ ਪੁੱਤਰ ਬਾਣੀ ਦੇ ਵਿਚਾਰ ਲੈ ਕੇ ਜੁੜਦੇ ਹਾਂ। ਅਸੀਂ ਕਾਂਸ਼ੀ ਟੀਵੀ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਮਾਧਿਅਮ ਰਾਹੀਂ ਅਸੀਂ ਆਪ ਦੇ ਨਾਲ ਜੁੜ ਰਹੇ ਹਾਂ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਇਹ ਅਵਿਦਿਆ ਦੇਵੇ ਦੀ ਲਾਟ ਸਮਾਨ ਹੈ ਤੇ ਤ੍ਰਿਸ਼ਨਾ ਰੂਪੀ ਤੇਲ ਨਾਲ ਵਧੇਰੇ ਰੋਸ਼ਨ ਹੁੰਦੀ ਹੈ ਕਿ ਇਹ ਜੋ ਅਵਿਦਿਆ ਹੈ, ਸਾਡੇ ਵਿੱਚ ਅਗਿਆਨਤਾ ਹੈ, ਜਿਸ ਤਰ੍ਹਾਂ ਦੀਵੇ ਦੀ ਲਾਟ ਹੁੰਦੀ ਹੈ, ਬਿਲਕੁਲ ਉਸੇ ਹੀ ਤਰ੍ਹਾਂ ਹੈ। ਜਦੋਂ ਇਹਦੇ ਵਿੱਚ ਤ੍ਰਿਸ਼ਨਾ ਰੂਪੀ ਤੇਲ ਪੈਂਦਾ ਹੈ ਤੇ ਇਹ ਜੋ ਅਵਿਦਿਆ ਹੈ ਇਹ ਹੋਰ ਵੀ ਰੋਸ਼ਨ ਹੁੰਦੀ ਹੈ। ਜਦ ਤ੍ਰਿਸ਼ਨਾ ਰੂਪੀ ਤੇਲ ਤੋਂ ਰਹਿਤ ਹੋਵੇ ਤੇ ਵਿਵੇਕ ਰੂਪੀ ਹਵਾ ਚੱਲੇ ਤਾਂ ਦੀਵਾ ਲਾਟ ਦੀ ਤਰ੍ਹਾਂ ਅਵਿਦਿਆ ਰੂਪ ਦੂਰ ਹੋ ਜਾਵੇਗੀ ਤੇ ਨਾ ਸਮਝਣਾ ਕਿ ਕਿੱਥੇ ਗਈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਇਹ ਜੋ ਤ੍ਰਿਸ਼ਨਾ ਰੂਪੀ ਤੇਲ ਤੋਂ ਕਿਸ ਤਰ੍ਹਾਂ ਇਨਸਾਨ, ਇਹ ਤ੍ਰਿਸ਼ਨਾ ਜੋ ਹੈ ਸਾਡੇ ਵਿੱਚ, ਇਹ ਕਿਸ ਤਰ੍ਹਾਂ ਅਸੀਂ ਇਸ ਤੋਂ ਬਚ ਸਕਦੇ ਹਾਂ ਕਿ ਜਦੋਂ ਹਵਾ ਚੱਲਦੀ ਹੈ ਤੇ ਕਈ ਵਾਰੀ ਦੀਵਾ ਬੁਝ ਜਾਂਦਾ ਹੈ ਔਰ ਅਸੀਂ ਇਹ ਅਵਿਦਿਆ ਜੋ ਹੈ ਇਸ ਨੂੰ ਕਿਸ ਤਰ੍ਹਾਂ ਦੂਰ ਕਰਨੀ ਹੈ। ਵਿਵੇਕ, ਪਰਮਾਤਮਾ ਦੇ ਨਾਮ ਦਾ ਗਿਆਨ ਜੋ ਹੈ ਅਸੀਂ ਉਸ ਦੀ ਪ੍ਰਾਪਤੀ ਕਰਨੀ ਹੈ, ਫਿਰ ਇਹ ਜੋ ਅਵਿਦਿਆ ਸਾਡੀ ਦੂਰ ਹੋਵੇਗੀ। ਜਿਸ ਤਰ੍ਹਾਂ ਦੀਵੇ ਦੀ ਲਾਟ ਜਿਹੜੀ ਹੁੰਦੀ ਹੈ ਜਦੋਂ ਹਵਾ ਚੱਲਦੀ ਹੈ ਬੁਝ ਜਾਂਦੀ ਹੈ, ਇਸੇ ਤਰ੍ਹਾਂ ਅਸੀਂ ਪਰਮਾਤਮਾ ਦੇ ਨਾਮ ਦਾ ਗਿਆਨ ਭਾਵ ਕੇ ਵਿਵੇਕ ਪਾ ਕੇ ਇਸ ਅਵਿਦਿਆ ਨੂੰ ਦੂਰ ਕਰਨਾ ਹੈ। ਫਿਰ ਸਾਨੂੰ ਕੋਈ ਸਮਝਣ ਦੀ ਜ਼ਰੂਰਤ ਨਹੀਂ ਕਿ ਅਵਿਦਿਆ ਕਿੱਥੇ ਗਈ। ਅਵਿਦਿਆ ਧੁੰਦ ਵਾਂਗ ਪਰਦਾ ਕਰਦੀ ਹੈ, ਪਰ ਗ੍ਰਹਿਣ ਕਰੀਏ ਤਾਂ ਕੁਝ ਹੱਥ ਨਹੀਂ ਆਉਂਦਾ ਕਿ ਇਹ ਜਿਹੜੀ ਅਵਿਦਿਆ ਹੈ, ਜਿਸ ਤਰ੍ਹਾਂ ਧੁੰਦ ਜਦੋਂ ਨਿਕਲਦੀ ਹੈ ਸਾਰੇ ਪਾਸੇ ਪਰਦਾ ਕਰ ਦਿੰਦੀ ਹੈ, ਤੇ ਜੇ ਅਸੀਂ ਉਹਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੀਏ ਤੇ ਸਾਡੇ ਹੱਥ ਵਿੱਚ ਕੁਝ ਨਹੀਂ ਆਉਂਦਾ। ਅਵਿਦਿਆ ਵੀ ਬਿਲਕੁਲ ਇਸੇ ਹੀ ਤਰ੍ਹਾਂ ਹੈ, ਸਾਰੇ ਪਾਸੇ ਇਹ ਸਾਨੂੰ ਭਰਮ ਭੁਲੇਖਿਆਂ ਦੇ ਵਿੱਚ ਪਾਉਂਦੀ ਹੈ, ਪਰ ਜਦੋਂ ਅਸੀਂ ਇਹਨੂੰ ਗ੍ਰਹਿਣ ਕਰਦੇ ਹਾਂ ਤੇ ਸਾਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਵੇਖਣ ਮਾਤਰ ਸਾਫ਼ ਨਜ਼ਰ ਆਉਂਦੀ ਹੈ, ਪਰ ਵਿਚਾਰ ਕਰਨ ਨਾਲ ਅਣੂ ਮਾਤਰ ਵੀ ਨਹੀਂ ਰਹਿੰਦੀ ਕਿ ਦੇਖੋ ਇਹ ਧੁੰਦ ਜਿਸ ਤਰ੍ਹਾਂ ਹੁੰਦੀ ਹੈ, ਜਦੋਂ ਅਸੀਂ ਇਹਨੂੰ ਦੇਖਦੇ ਹਾਂ ਤਾਂ ਸਾਫ਼ ਨਜ਼ਰ ਆਉਂਦੀ ਹੈ, ਪਰ ਜਦੋਂ ਅਸੀਂ ਵਿਚਾਰ ਕਰਦੇ ਹਾਂ ਤੇ ਉਹ ਕੁਝ ਵੀ ਨਹੀਂ ਹੁੰਦੀ। ਅਸੀਂ ਉਹਨੂੰ ਗ੍ਰਹਿਣ ਵੀ ਨਹੀਂ ਕਰ ਸਕਦੇ, ਫੜ ਵੀ ਨਹੀਂ ਸਕਦੇ। ਜਿਵੇਂ ਰਾਤ ਨੂੰ ਵੱਡਾ ਹਨੇਰਾ ਦਿਸਦਾ ਹੈ, ਪਰ ਜਦ ਦੀਵਾ ਲੈ ਕੇ ਵੇਖੀਏ ਤਦ ਅਣੂ ਮਾਤਰ ਵੀ ਹਨੇਰਾ ਨਹੀਂ ਦਿਸਦਾ। ਤੇ ਹੀ ਵਿਚਾਰ ਕਰਨ ਨਾਲ ਅਵਿਦਿਆ ਨਹੀਂ ਰਹਿੰਦੀ। ਸੋ ਦੇਖੋ ਜਿਸ ਤਰ੍ਹਾਂ ਰਾਤ ਹੁੰਦੀ ਹੈ ਤੇ ਕਿੰਨਾ ਹਨੇਰਾ ਹੋ ਜਾਂਦਾ ਹੈ, ਪਰ ਜਦੋਂ ਅਸੀਂ ਦੀਵਾ ਜਲਾਈਏ ਤਾਂ ਅਣੂ ਮਾਤਰ ਵੀ ਹਨੇਰਾ ਨਹੀਂ ਰਹਿੰਦਾ, ਸਾਰੇ ਪਾਸੇ ਪ੍ਰਕਾਸ਼ ਹੋ ਜਾਂਦਾ ਹੈ।
ਥੋੜ੍ਹਾ ਜਿਹਾ ਵੀ ਹਨੇਰਾ ਨਹੀਂ ਰਹਿੰਦਾ। ਬਿਲਕੁਲ ਇਸੇ ਹੀ ਤਰ੍ਹਾਂ ਜੇ ਅਸੀਂ ਵਿਚਾਰ ਕਰਨ ਨਾਲ ਆਪਣੇ ਵਿੱਚ ਅੱਛੀ ਸੋਚ, ਆਪਣੇ ਵਿੱਚ ਗਿਆਨ ਲਿਆਈਏ ਤੇ ਇਹ ਜਿਹੜੀ ਅਵਿਦਿਆ ਹੈ ਪਤਾ ਨਹੀਂ ਲੱਗੇਗਾ ਇਹ ਕਿੱਥੇ ਚਲੀ ਗਈ ਹੈ। ਸੋ ਅਵਿਦਿਆ ਜੋ ਹੈ ਇਸ ਨੂੰ ਦੂਰ ਕਰਨਾ ਹੈ ਤੇ ਸਾਨੂੰ ਵਿਵੇਕ ਆਪਣੇ ਵਿੱਚ ਲਿਆਉਣਾ ਪਵੇਗਾ। ਪਰਮਾਤਮਾ ਦੇ ਨਾਮ ਦਾ ਗਿਆਨ ਹੈ ਉਹ ਸਾਡੇ ਵਿੱਚ ਲਿਆਉਣਾ ਪਵੇਗਾ ਤੇ ਉਸ ਦੇ ਨਾਲ ਇਹ ਅਵਿਦਿਆ ਦੂਰ ਹੋਵੇਗੀ। ਜਿਵੇਂ ਭਰਮ ਕਰਕੇ ਆਕਾਸ਼ ਵਿੱਚ ਨੀਲਾਪਨ ਤੇ ਦੂਸਰਾ ਚੰਦਰਮਾ ਨਜ਼ਰ ਆਉਂਦਾ ਹੈ, ਜਿਵੇਂ ਸੁਪਨੇ ਦੀ ਸ੍ਰਿਸ਼ਟੀ ਜਾਪਦੀ ਹੈ, ਜਿਵੇਂ ਬੇੜੀ ਤੇ ਚੜਿਆ ਕੰਢੇ ਦੇ ਬਿਰਛ ਚਲਦੇ ਲੱਗਦੇ ਹਨ ਤੇ ਜਿਵੇਂ ਮਿਰਗ ਤ੍ਰਿਸ਼ਨਾ ਦੀ ਨਦੀ ਸਿੱਪੀ ਵਿੱਚ ਚਾਂਦੀ ਤੇ ਰੱਸੀ ਵਿੱਚ ਸੱਪ ਭਰਮ ਕਰਕੇ ਲੱਗਦਾ ਹੈ, ਤਿਵੇਂ ਹੀ ਅਵਿਦਿਆ ਰੂਪੀ ਜਗਤ ਅਗਿਆਨੀ ਨੂੰ ਸੱਚ ਲੱਗਦਾ ਹੈ। ਸੋ ਦੇਖੋ ਕਿੰਨੀਆਂ ਸਾਨੂੰ ਮਿਸਾਲਾਂ ਉਦਾਹਰਨਾਂ ਦੇ ਕੇ ਭਗਵਾਨ ਵਾਲਮੀਕ ਜੀ ਨੇ ਸਮਝਾਇਆ ਹੈ ਕਿ ਜਿਸ ਤਰ੍ਹਾਂ ਭਰਮ ਕਰਕੇ ਜਿਹੜਾ ਆਕਾਸ਼ ਦੇ ਨੀਲਾਪਨ ਹੈ ਉਹ ਭਰਮ ਹੈ, ਉਹ ਨੀਲਾਪਨ ਨਹੀਂ ਹੈ। ਤੇ ਕਈ ਵਾਰੀ ਅੱਖਾਂ ਦਾ ਦੋਸ਼ ਕਰਕੇ ਦੋ ਚੰਦਰਮਾ ਸਾਨੂੰ ਨਜ਼ਰ ਆਉਂਦੇ ਹਨ। ਦੋ ਚੰਦਰਮਾ ਨਹੀਂ, ਅੱਖਾਂ ਦਾ ਦੋਸ਼ ਹੈ। ਜਿਸ ਤਰ੍ਹਾਂ ਅਸੀਂ ਆਪਣੇ ਸੁਪਨੇ ਦੇ ਵਿੱਚ ਸ੍ਰਿਸ਼ਟੀ ਨੂੰ ਦੇਖਦੇ ਹਾਂ ਪਰ ਸੁਪਨਾ ਝੂਠਾ ਹੁੰਦਾ ਹੈ, ਇਸ ਕਰਕੇ ਉਸ ਸੱਚ ਨਹੀਂ ਹੋ ਸਕਦਾ। ਔਰ ਕਈ ਵਾਰੀ ਅਸੀਂ ਬੇੜੀ ਦੇ ਵਿੱਚ ਬੈਠਦੇ ਹਾਂ ਤੇ ਕੰਢਿਆਂ ਤੇ ਜਿਹੜੇ ਬਿਰਛ ਹੁੰਦੇ ਹਨ ਉਹ ਵੀ ਸਾਨੂੰ ਚੱਲਦੇ ਨਜ਼ਰ ਆਉਂਦੇ ਹਨ, ਉਹ ਵੀ ਇੱਕ ਭਰਮ ਹੁੰਦਾ ਹੈ। ਔਰ ਜਿਸ ਤਰ੍ਹਾਂ ਰੇਗਿਸਤਾਨ ਦੇ ਵਿੱਚ ਪਾਣੀ ਨਜ਼ਰ ਆਉਂਦਾ ਹੈ ਪਰ ਉਹ ਪਾਣੀ ਨਹੀਂ ਹੁੰਦਾ, ਇੱਕ ਚਮਕ ਹੁੰਦੀ ਹੈ। ਔਰ ਕਈ ਵਾਰੀ ਸਿੱਪੀ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਚਾਂਦੀ ਹੈ ਪਰ ਚਾਂਦੀ ਨਹੀਂ ਹੁੰਦੀ, ਇੱਕ ਭਰਮ ਹੁੰਦਾ ਹੈ। ਔਰ ਕਈ ਵਾਰੀ ਦੂਰੋਂ ਦੇਖਣ ਦੇ ਨਾਲ ਅਸੀਂ ਰੱਸੀ ਦੇਖਦੇ ਹਾਂ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਸੱਚ ਹੈ, ਸੱਪ ਹੈ, ਉਹ ਵੀ ਇੱਕ ਭਰਮ ਹੈ, ਸੱਚ ਨਹੀਂ ਹੁੰਦਾ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਅਵਿਦਿਆ ਰੂਪੀ ਸੰਸਾਰ ਹੈ ਇਹ ਅਗਿਆਨੀ ਨੂੰ ਸੱਚ ਲੱਗਦਾ ਹੈ। ਇਹ ਜੋ ਸੰਸਾਰ ਹੈ ਸੱਚ ਨਹੀਂ ਹੈ, ਪਰ ਜਿਹੜੇ ਅਗਿਆਨੀ ਜੀਵ ਹਨ ਜਿਨ੍ਹਾਂ ਦੇ ਵਿੱਚ ਕੋਈ ਗਿਆਨ ਨਹੀਂ ਹੈ, ਉਹਨਾਂ ਨੂੰ ਮਨ ਦੇ ਮਗਰ ਲੱਗੇ ਹੋਏ ਹਨ, ਉਹਨਾਂ ਨੂੰ ਇਹ ਸੰਸਾਰ ਸੱਚ ਲੱਗਦਾ ਹੈ। ਇਹ ਜਾਗਰਤ ਜਗਤ ਵੀ ਲੰਮੇ ਚਿਰ ਦਾ ਸੁਪਨਾ ਹੈ। ਅਸਲ ਦੇ ਵਿੱਚ ਜੇ ਸੋਚਿਆ ਜਾਵੇ ਤੇ ਇਹ ਜੋ ਜਾਗਰਤ ਜਗਤ ਅਸੀਂ ਦੇਖਦੇ ਹਾਂ ਇਹ ਲੰਮੇ ਚਿਰ ਦਾ ਸੁਪਨਾ ਹੈ। ਜਿਸ ਤਰ੍ਹਾਂ ਅਸੀਂ ਸੁੱਤੇ ਪਿਆ ਨੂੰ ਸੁਪਨਾ ਆਉਂਦਾ ਹੈ, ਥੋੜ੍ਹੀ ਦੇਰ ਦਾ ਹੁੰਦਾ ਹੈ, ਪਰ ਇਹ ਜੋ ਸੰਸਾਰ ਅਸੀਂ ਸਾਡੇ ਸਾਹਮਣੇ ਦੇਖਦੇ ਹਾਂ ਇਹ ਲੰਮੇ ਚਿਰ ਦਾ ਇੱਕ ਸੁਪਨਾ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਵਿੱਚ ਜਲ ਬੁੱਧੀ ਹਿਰਨ ਦੇ ਚਿੱਤ ਵਿੱਚ ਆਉਂਦੀ ਹੈ, ਤਿਵੇਂ ਹੀ ਜਗਤ ਦੀ ਸੱਚਾਈ ਮੂਰਖ ਦੇ ਚਿੱਤ ਵਿੱਚ ਰਹਿੰਦੀ ਹੈ। ਕਿ ਫਿਰ ਭਗਵਾਨ ਵਾਲਮੀਕ ਜੀ ਸਾਨੂੰ ਰੇਗਿਸਤਾਨ ਦੇ ਵਿੱਚ ਜੋ ਸੂਰਜ ਦੀਆਂ ਕਿਰਨਾਂ ਹੁੰਦੀਆਂ ਉਹਨਾਂ ਦੇ ਬਾਰੇ ਦੱਸਦੇ ਹਨ ਕਿ ਜੋ ਹਿਰਨ ਹੁੰਦੇ ਹਨ ਉਹ ਸਮਝਦੇ ਹਨ ਕਿ ਪਾਣੀ ਹੈ। ਉਹਨਾਂ ਦੇ ਮਨ ਦੇ ਵਿੱਚ ਇਹ ਸੋਚ ਉੱਠਦੀ ਹੈ, ਦੇਖੋ ਪਾਣੀ ਹੈ, ਅਸੀਂ ਇਹ ਪਾਣੀ ਨੂੰ ਪੀਏ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਸੰਸਾਰ ਹੈ ਇਹਦੀ ਸੱਚਾਈ ਜਿਹੜੀ ਹੈ ਇਹ ਮੂਰਖਾਂ ਦੇ ਚਿੱਤ ਦੇ ਵਿੱਚ ਰਹਿੰਦੀ ਹੈ। ਉਹ ਚਿੱਤ ਜਿਹੜਾ ਹੈ ਉਸ ਦਾ ਕਰਕੇ ਹੀ ਜਿਹੜੇ ਮੂਰਖ ਜੀਵ ਹਨ ਇਸ ਸੰਸਾਰ ਨੂੰ ਸੱਚ ਸਮਝਦੇ ਹਨ, ਸੰਸਾਰ ਦੇ ਪਦਾਰਥਾਂ ਨੂੰ ਸੱਚ ਸਮਝਦੇ ਹਨ। ਜਿਨ੍ਹਾਂ ਪੁਰਸ਼ਾਂ ਦੀ ਪਦਾਰਥਾਂ ਵਿੱਚ ਪ੍ਰੀਤ ਰਹੀ ਹੈ ਉਹਨਾਂ ਦੀ ਭਾਵਨਾ ਤੋਂ ਉਹਨਾਂ ਦਾ ਚਿੱਤ ਖਿੱਚਦਾ ਹੈ ਤੇ ਉਹਨਾਂ ਪਦਾਰਥਾਂ ਨੂੰ ਅੰਗੀਕਾਰ ਕਰਕੇ ਵੱਡੇ ਕਸ਼ਟ ਪਾਉਂਦਾ ਹੈ। ਸੋ ਜਿਹੜੇ ਉਹ ਪੁਰਸ਼ ਜਿਨ੍ਹਾਂ ਦੀ ਹਮੇਸ਼ਾ ਇਸ ਸੰਸਾਰੀ ਪਦਾਰਥਾਂ ਦੇ ਵਿੱਚ ਪ੍ਰੀਤ ਰਹਿੰਦੀ ਹੈ, ਜਿਹੜੇ ਇਹ ਸੰਸਾਰੀ ਪਦਾਰਥਾਂ ਨੂੰ ਬਹੁਤ ਪਸੰਦ ਕਰਦੇ ਹਨ, ਉਹਨਾਂ ਦੀ ਜਿਹੜੀ ਭਾਵਨਾ ਹੈ ਉਹ ਉਹਨਾਂ ਦਾ ਚਿੱਤ ਖਿੱਚਦਾ ਹੈ। ਉਹ ਆਪਣੇ ਚਿੱਤ ਦੇ ਮਗਰ ਲੱਗੇ ਹੋਏ ਹਨ ਤੇ ਉਹ ਚਿੱਤ ਦਾ ਕਰਕੇ ਉਹ ਪਦਾਰਥਾਂ ਨੂੰ ਅੰਗੀਕਾਰ ਕਰਦੇ ਹਨ। ਪਰ ਉਹ ਪਦਾਰਥਾਂ ਨੂੰ ਅੰਗੀਕਾਰ ਕਰਨਾ ਇੱਕ ਬੜੀ ਵੱਡੇ ਕਸ਼ਟ ਪਾਉਣ ਵਾਲੀ ਗੱਲ ਹੈ ਕਿ ਇਹ ਪਦਾਰਥਾਂ ਨੂੰ ਪਾਉਣ ਦੀ ਕੋਸ਼ਿਸ਼ ਦੇ ਵਿੱਚ ਅਸੀਂ ਕਸ਼ਟ ਪਾਉਂਦੇ ਹਾਂ। ਖਾਸ ਕਰਕੇ ਉਦੋਂ ਜਦੋਂ ਸਾਡੇ ਤੋਂ ਕੋਈ ਪਦਾਰਥ ਦੂਰ ਹੋ ਜਾਂਦੇ ਹਨ ਜਾਂ ਅਸੀਂ ਕੋਈ ਪਦਾਰਥ ਪਾ ਨਹੀਂ ਸਕਦੇ।
ਜਿਵੇਂ ਪੰਛੀ ਆਕਾਸ਼ ਵਿੱਚ ਉੱਡਦਾ ਹੈ ਪਰ ਦਾਣੇ ਵਿੱਚ ਉਸ ਦੀ ਪ੍ਰੀਤ ਹੁੰਦੀ ਹੈ, ਉਸ ਨੂੰ ਚੁਗਣ ਲਈ ਧਰਤੀ ਤੇ ਆਉਂਦਾ ਹੈ ਤੇ ਸੁੱਖ ਰੂਪ ਸਮਝ ਕੇ ਚੁਗਣ ਲੱਗਦਾ ਹੈ ਤੇ ਜਾਲ ਵਿੱਚ ਫਸਦਾ ਹੈ ਤੇ ਕਸ਼ਟ ਪਾਉਂਦਾ ਹੈ। ਜਿਵੇਂ ਦਾਣੇ ਦੀ ਤ੍ਰਿਸ਼ਨਾ ਪੰਛੀ ਨੂੰ ਦੁੱਖ ਦਿੰਦੀ ਹੈ, ਤਿਵੇਂ ਹੀ ਜੀਵਾਂ ਨੂੰ ਭੋਗਾਂ ਦੀ ਤ੍ਰਿਸ਼ਨਾ ਦੁੱਖ ਦਿੰਦੀ ਹੈ। ਸੋ ਭਗਵਾਨ ਵਾਲਮੀਕ ਜੀ ਉਪਦੇਸ਼ ਕਰਦੇ ਹਨ ਕਿ ਦੇਖੋ, ਇੱਕ ਪੰਛੀ ਹੁੰਦਾ ਹੈ, ਉਹ ਆਕਾਸ਼ ਦੇ ਵਿੱਚ ਉੱਡਦਾ ਹੈ ਪਰ ਉਹਦੀ ਦਾਣਿਆਂ ਦੇ ਵਿੱਚ ਉਹਦੀ ਪ੍ਰੀਤ ਹੁੰਦੀ ਹੈ ਕਿ ਕਿਤੇ ਨਾ ਕਿਤੇ ਮੈਨੂੰ ਦਾਣੇ ਮਿਲ ਜਾਣ, ਤੇ ਉਹ ਦਾਣੇ ਚੁਗਣ ਲਈ ਧਰਤੀ ਦੇ ਉੱਤੇ ਆ ਜਾਂਦਾ ਹੈ ਤੇ ਸਮਝਦਾ ਹੈ ਕਿ ਹੁਣ ਇਹ ਦਾਣੇ ਪ੍ਰਾਪਤ ਕਰਕੇ ਇਹਨਾਂ ਨੂੰ ਚੁਗ ਕੇ ਮੈਂ ਸੁੱਖ ਪਾਵਾਂਗਾ। ਪਰ ਕਈ ਵਾਰੀ ਜਾਲ ਵਿਛਾਇਆ ਹੁੰਦਾ ਹੈ, ਉਹ ਦਾਣਿਆਂ ਨੂੰ ਚੁਗਦਾ ਚੁਗਦਾ ਉਹ ਪੰਛੀ ਜਾਲ ਦੇ ਵਿੱਚ ਫਸ ਜਾਂਦਾ ਹੈ ਤੇ ਕਸ਼ਟ ਪਾਉਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜੋ ਅਗਿਆਨੀ ਜੀਵ ਹਨ, ਉਹ ਭੋਗਾਂ ਦੀ ਤ੍ਰਿਸ਼ਨਾ ਦਾ ਕਰਕੇ ਦੁੱਖ ਪਾਉਂਦੇ ਹਨ। ਉਹਨਾਂ ਦੀ ਸੋਚ ਸੰਸਾਰ ਵੱਲ ਲੱਗੀ ਹੋਈ ਹੈ ਕਿ ਸਾਨੂੰ ਸੰਸਾਰੀ ਪਦਾਰਥ ਪ੍ਰਾਪਤ ਹੋ ਜਾਣ, ਪਰ ਜਦੋਂ ਨਹੀਂ ਪ੍ਰਾਪਤ ਹੁੰਦੇ ਤਾਂ ਉਹ ਕਸ਼ਟ ਪਾਉਂਦੇ ਹਨ, ਦੁੱਖ ਪਾਉਂਦੇ ਹਨ। ਦੂਸਰੇ ਲੋਕਾਂ ਵੱਲੋਂ ਦੇਖਦੇ ਹਨ ਕਿ ਉਹ ਬਹੁਤ ਸੁਖੀ ਹਨ, ਉਹਨਾਂ ਕੋਲ ਬਹੁਤ ਕੁਛ ਹੈ, ਧਨ ਦੌਲਤ ਹੈ, ਤੇ ਉਹ ਵੀ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੌੜ ਭੱਜ ਦੇ ਵਿੱਚ ਲੱਗੇ ਹੋਏ ਸੰਸਾਰੀ ਪਰਮਾਂ ਦੇ ਵਿੱਚ ਪਏ ਹੋਏ ਉਹ ਕਸ਼ਟ ਪਾਉਂਦੇ ਹਨ। ਇਹ ਭੋਗ ਪਹਿਲਾਂ ਤਾਂ ਅੰਮ੍ਰਿਤ ਵਾਂਗ ਸੁਖ ਰੂਪ ਲੱਗਦੇ ਹਨ, ਪਰ ਨਤੀਜੇ ਵਿੱਚ ਜ਼ਹਿਰ ਵਾਂਗ ਹੁੰਦੇ ਹਨ। ਮੂਰਖ ਅਗਿਆਨੀ ਨੂੰ ਇਹ ਸੁੰਦਰ ਲੱਗਦੇ ਹਨ। ਸੋ ਇਹ ਜਿਹੜੇ ਭੋਗ ਹਨ, ਇਹ ਪਹਿਲੋਂ ਤਾਂ ਜਦੋਂ ਸਾਨੂੰ ਪ੍ਰਾਪਤ ਹੁੰਦੇ ਨੇ, ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਅੰਮ੍ਰਿਤ ਦੇ ਵਿੱਚੋਂ ਸੁੱਖ ਮਿਲਦਾ ਹੈ, ਉਸੇ ਤਰ੍ਹਾਂ ਸਾਨੂੰ ਇਹ ਭੋਗਾਂ 'ਚੋਂ ਸੁੱਖ ਮਿਲਦਾ ਹੈ। ਪਰ ਅੰਤ ਦੇ ਨਤੀਜਾ ਕੀ ਹੁੰਦਾ ਹੈ? ਇਹ ਜਿਹੜੇ ਸੰਸਾਰੀ ਭੋਗ ਹਨ, ਇਹ ਜ਼ਹਿਰ ਵਾਂਗੂ ਹੁੰਦੇ ਹਨ। ਜਿਹੜੇ ਮੂਰਖ ਅਗਿਆਨੀ ਜੀਵ ਹਨ, ਉਹਨਾਂ ਨੂੰ ਦੇਖਣ ਨੂੰ ਇਹ ਪਦਾਰਥ ਸੋਹਣੇ ਲੱਗਦੇ ਹਨ। ਜਿਵੇਂ ਮੂਰਖ ਪਤੰਗਾ ਦੀਵੇ ਨੂੰ ਸੁੱਖ ਰੂਪ ਸਮਝ ਕੇ ਚਾਹ ਕਰਦਾ ਹੈ, ਪਰ ਦੀਵੇ ਨੂੰ ਛੂੰਹਦਾ ਹੈ ਤਾਂ ਨਾਸ਼ ਨੂੰ ਪ੍ਰਾਪਤ ਹੁੰਦਾ ਹੈ। ਜਿਹੜੇ ਮੂਰਖ ਜੀਵ ਹਨ ਇਸ ਸੰਸਾਰ ਦੇ ਵਿੱਚ, ਇਹ ਭੋਗਾਂ ਨੂੰ ਸੁੰਦਰ ਸਮਝ ਕੇ ਇਹਨਾਂ ਤੋਂ ਸੁੱਖ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਦੁਖੀ ਹੁੰਦੇ ਹਨ। ਸੋ ਭਗਵਾਨ ਵਾਲਮੀਕ ਜੀ ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਦੇਖੋ, ਪਤੰਗਾ ਹੁੰਦਾ ਹੈ, ਉਹ ਦੀਵੇ ਨੂੰ ਦੇਖਦਾ ਹੈ ਤੇ ਉਹਨੂੰ ਸਮਝਦਾ ਹੈ ਕਿ ਮੈਨੂੰ ਇਹ ਤੋਂ ਸੁੱਖ ਪ੍ਰਾਪਤ ਹੋਵੇਗਾ, ਪਰ ਜਦੋਂ ਦੀਵੇ ਨੂੰ ਉਹ ਛੂੰਹਦਾ ਹੈ ਤੇ ਉਹਦਾ ਨਾਸ਼ ਹੋ ਜਾਂਦਾ ਹੈ। ਤਿਵੇਂ ਹੀ ਭੋਗਾਂ ਦੇ ਸਪਰਸ਼ ਨਾਲ ਇਹ ਜੀਵ ਨਾਸ਼ ਹੁੰਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜਿਹੜੇ ਸੰਸਾਰੀ ਭੋਗ ਹਨ, ਇਹਨਾਂ ਦੇ ਨਾਲ, ਇਹਨਾਂ ਦਾ ਕਰਕੇ ਜੀਵ ਸੰਸਾਰ ਦੇ ਵਿੱਚ ਨਾਸ਼ ਹੁੰਦੇ ਹਨ। ਜਿਵੇਂ ਤਿਰਕਾਲਾ ਨੂੰ ਆਕਾਸ਼ ਵਿੱਚ ਲਾਲੀ ਦਿਸਦੀ ਹੈ, ਤਿਵੇਂ ਹੀ ਅਵਿਦਿਆ ਕਰਕੇ ਜਗਤ ਦਿਸਦਾ ਹੈ। ਕਿ ਦੇਖੋ, ਜਿਸ ਤਰ੍ਹਾਂ ਸ਼ਾਮ ਹੁੰਦੀ ਹੈ, ਕਈ ਵਾਰੀ ਆਕਾਸ਼ ਵਿੱਚ ਸਾਨੂੰ ਲਾਲੀ ਨਜ਼ਰ ਆਉਂਦੀ ਹੈ, ਬਿਲਕੁਲ ਇਸੇ ਹੀ ਤਰ੍ਹਾਂ ਅਵਿਦਿਆ ਜੋ ਹੈ, ਅਗਿਆਨਤਾ ਜੋ ਹੈ ਸਾਡੇ ਵਿੱਚ, ਉਸ ਦਾ ਕਰਕੇ ਅਸੀਂ ਇਹ ਸੰਸਾਰ ਦੇਖਦੇ ਹਾਂ। ਜਿਵੇਂ ਭੁਲੇਖੇ ਨਾਲ ਦੂਰ ਵਸਤੂ ਨੇੜੇ ਲੱਗਦੀ ਹੈ ਤੇ ਨੇੜੇ ਵਸਤੂ ਦੂਰ ਲੱਗਦੀ ਹੈ, ਤੇ ਸੁਪਨੇ ਵਿੱਚ ਬਹੁਤ ਸਮੇਂ ਵਿੱਚ ਥੋੜੇ ਸਮੇਂ ਵਿੱਚ ਬਹੁਤ ਸਮਾਂ ਲੱਗਦਾ ਹੈ, ਤਿਵੇਂ ਹੀ ਸਾਰਾ ਜਗਤ ਕਾਲ ਅਵਿਦਿਆ ਕਰਕੇ ਲੱਗਦਾ ਹੈ। ਉਹ ਅਵਿਦਿਆ ਆਤਮ ਗਿਆਨ ਨਾਲ ਨਸ਼ਟ ਹੁੰਦੀ ਹੈ। ਇਸ ਲਈ ਯਤਨ ਕਰਕੇ ਮਨ ਦੇ ਪ੍ਰਵਾਹ ਨੂੰ ਰੋਕੋ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਕਈ ਵਾਰ ਅਸੀਂ ਭਰਮ ਭੁਲੇਖਿਆਂ ਦਾ ਕਰਕੇ ਜੋ ਦੂਰ ਵਸਤੂ ਹੁੰਦੀ ਹੈ, ਉਹ ਦੇਖਣ ਨੂੰ ਨੇੜੇ ਲੱਗਦੀ ਹੈ, ਔਰ ਕਈ ਵਾਰੀ ਜੋ ਨੇੜੇ ਵਸਤੂ ਹੁੰਦੀ ਹੈ ਉਹ ਦੂਰ ਲੱਗਦੀ ਹੈ। ਜਿਸ ਤਰ੍ਹਾਂ ਸੁਪਨਾ ਆਉਂਦਾ ਹੈ, ਉਹਦੇ 'ਚ ਕਈ ਵਾਰੀ ਬਹੁਤ ਸਮਾਂ ਵੀ ਥੋੜਾ ਲੱਗਦਾ ਹੈ ਤੇ ਥੋੜਾ ਸਮਾਂ ਕਈ ਵਾਰੀ ਬਹੁਤ ਲੱਗਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਸਾਰਾ ਜੋ ਸੰਸਾਰ ਹੈ, ਇਹ ਸੰਸਾਰ ਜੋ ਇਹ ਜਗਤ ਕਾਲ ਹੈ,
ਉਹ ਸਾਨੂੰ ਅਵਿਦਿਆ ਦਾ ਕਰਕੇ, ਭਾਵ ਅਗਿਆਨਤਾ ਦਾ ਕਰਕੇ ਲੱਗਦਾ ਹੈ। ਉਹ ਜੋ ਅਵਿਦਿਆ ਹੈ, ਜਿਸ ਦੇ ਬਾਰੇ ਭਗਵਾਨ ਮਾਮੀ ਜੀ ਸਾਨੂੰ ਉਪਦੇਸ਼ ਕਰਦੇ ਹਨ, ਅਗਿਆਨਤਾ ਹੈ, ਉਹ ਕਿਸ ਤਰ੍ਹਾਂ ਦੂਰ ਹੋਵੇਗੀ? ਆਤਮ ਗਿਆਨ। ਸਾਨੂੰ ਸਾਡੇ ਮਨ ਨੂੰ ਸੰਸਾਰ ਵੱਲੋਂ ਮੋੜ ਕੇ ਅੰਤਰਮੁਖੀ ਕਰਨਾ ਪਵੇਗਾ ਕਿ ਸਾਨੂੰ ਅੰਦਰੋਂ ਨੂੰ, ਆਪਣੇ ਅੰਦਰੋਂ ਨੂੰ ਲਿਆਉਣਾ ਪਵੇਗਾ ਕਿ ਸਾਨੂੰ ਆਤਮ ਗਿਆਨ ਦੀ ਪ੍ਰਾਪਤੀ ਕਰਨੀ ਪਵੇਗੀ ਕਿ ਸਾਡੀ ਆਤਮਾ ਜੋ ਪ੍ਰਭੂ ਪਰਮੇਸ਼ਵਰ ਦੀ ਇੱਕ ਅੰਸ਼ ਹੈ, ਉਸ ਵੱਲ ਸਾਨੂੰ ਆਪਣਾ ਮਨ ਕਰਨਾ ਪਵੇਗਾ। ਤੇ ਆਤਮ ਗਿਆਨ ਜਦੋਂ ਸਾਨੂੰ ਮਿਲੇਗਾ ਤਾਂ ਫਿਰ ਇਹ ਅਵਿਦਿਆ ਜਿਹੜੀ ਹੈ, ਅਗਿਆਨਤਾ ਹੈ, ਉਹ ਦੂਰ ਹੋਵੇਗੀ। ਇਸ ਕਰਕੇ ਸਾਨੂੰ ਇਹੀ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹ ਜਿਹੜਾ ਸਾਡਾ ਮਨ ਦਾ ਪ੍ਰਵਾਹ ਹੈ, ਇਹਨੂੰ ਰੋਕੀਏ, ਇਹ ਮਨ ਨੂੰ ਆਪਣੇ ਕਾਬੂ ਵਿੱਚ ਕਰੀਏ। ਇਹ ਬਾਹਰਮੁਖੀ ਹੋਇਆ ਹੈ, ਇਸ ਨੂੰ ਅਸੀਂ ਅੰਤਰਮੁਖੀ ਕਰਨਾ ਹੈ, ਕਿਉਂਕਿ ਸਾਡੇ ਅੰਦਰ ਸਾਡੀ ਆਤਮਾ ਜੋ ਪਰਮਾਤਮਾ ਦੀ ਅੰਸ਼ ਹੈ, ਉਹ ਵਿਰਾਜਮਾਨ ਹੈ। ਉਹਦੀ ਪਹਿਚਾਣ ਕਰਾਂਗੇ ਤੇ ਅਸੀਂ ਆਪਣੀ ਅਵਿਦਿਆ ਭਾਵ ਅਗਿਆਨਤਾ ਨੂੰ ਦੂਰ ਕਰ ਸਕਦੇ ਹਾਂ। ਆਤਮਾ ਦੇ ਨਾਲ ਜੁੜ ਕੇ ਹੀ ਅਸੀਂ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ ਔਰ ਅਵਿਦਿਆ ਅਗਿਆਨਤਾ ਨੂੰ ਦੂਰ ਕਰ ਸਕਦੇ ਹਾਂ। ਭਗਵਾਨ ਮਾਮਿਕ ਜੀ ਸਮਝਾਉਂਦੇ ਹਨ, ਜੋ ਕੁਝ ਦ੍ਰਿਸ਼ਮਾਨ ਜਗਤ ਹੈ ਉਹ ਸਾਰਾ ਤੁਛ ਰੂਪ ਹੈ। ਬੜੀ ਹੈਰਾਨੀ ਹੈ ਕਿ ਮਿਥਿਆ ਭਾਵਨਾ ਕਰਕੇ ਜਗਤ ਅੰਨਾ ਹੋਇਆ ਹੈ ਕਿ ਇਹ ਜੋ ਸਾਡੇ ਅਦਾਲੇ ਪਦਾਲੇ ਜੋ ਅਸੀਂ ਸੰਸਾਰ ਦੇਖਦੇ ਹਾਂ, ਇਹ ਕੁਝ ਵੀ ਨਹੀਂ ਹੈ, ਬਿਲਕੁਲ ਤੁਛ ਰੂਪ ਹੈ। ਔਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਸਾਡੇ ਵਿੱਚ ਮਿਥਿਆ ਭਾਵਨਾ ਆ ਗਈ ਹੈ ਸੰਸਾਰ ਦੀ, ਕਿ ਇਹ ਸੰਸਾਰ ਇੱਕ ਮਿਥਿਆ ਭਰਮ ਹੈ ਔਰ ਸਾਡੇ ਮਨ ਨੂੰ ਸਾਨੂੰ ਅੰਨਾ ਕੀਤਾ ਹੋਇਆ ਹੈ। ਇਹ ਮਨ ਦਾ ਕਰਕੇ ਅਸੀਂ ਸੰਸਾਰ ਦੇਖਦੇ ਹਾਂ। ਅਵਿਦਿਆ ਨਿਰਾਕਾਰ ਤੇ ਖਾਲੀ ਹੈ। ਉਸਨੇ ਸੱਚ ਹੋ ਕੇ ਜਗਤ ਨੂੰ ਅੰਨਾ ਕੀਤਾ ਹੈ। ਭਾਵ ਸੰਸਾਰੀ ਲੋਕ ਸਤ ਰੂਪ ਪਦਾਰਥਾਂ ਨੂੰ ਸੱਚ ਸਮਝ ਕੇ ਯਤਨ ਕਰਦੇ ਹਨ ਕਿ ਇਹ ਵਿਦਿਆ ਜਿਹੜੀ ਹੈ ਇਹ ਬਗੈਰ ਆਕਾਰ ਤੋਂ ਹੈ, ਇਹਦਾ ਕੋਈ ਆਕਾਰ ਨਹੀਂ ਹੈ, ਬਿਲਕੁਲ ਖਾਲੀ ਹੈ। ਪਰ ਉਹ ਸੱਚ ਦੀ ਤਰ੍ਹਾਂ ਪੈਦਾ ਹੋ ਕੇ ਉਹਨੇ ਇਹ ਸਾਰੇ ਸੰਸਾਰ ਨੂੰ ਵੀ ਅੰਨਾ ਕਰ ਦਿੱਤਾ ਹੈ। ਕਹਿਣ ਦਾ ਭਾਵ ਇਹ ਹੈ ਕਿ ਜੋ ਸੰਸਾਰੀ ਲੋਕ ਹਨ ਉਹ ਇੱਕ ਝੂਠ ਨੂੰ ਸੱਚ ਸਮਝੀ ਬੈਠੇ ਹਨ। ਇਹ ਜੋ ਸੰਸਾਰ ਹੈ ਇੱਕ ਝੂਠ ਰੂਪ ਹੈ, ਅਸਤ ਹੈ, ਉਸ ਨੂੰ ਸੱਚ ਸਮਝ ਬੈਠੇ ਹਨ ਤੇ ਪਦਾਰਥਾਂ ਨੂੰ ਸੱਚ ਸਮਝ ਕੇ ਉਹ ਯਤਨ ਕਰਦੇ ਹਨ ਕਿ ਅਗਿਆਨਤਾ ਦਾ ਕਰਕੇ, ਅਵਿਦਿਆ ਦਾ ਕਰਕੇ ਜੀਵ ਇਸ ਸੰਸਾਰ ਦੇ ਨਾਲ ਜੁੜੇ ਹੋਏ ਹਨ ਔਰ ਸੰਸਾਰ ਵਿੱਚ ਇਹੀ ਯਤਨ ਕਰਦੇ ਹਨ ਕਿ ਸਾਨੂੰ ਸੰਸਾਰੀ ਪਦਾਰਥ ਮਿਲ ਜਾਣ। ਜਿਵੇਂ ਸੂਰਜ ਦੀ ਰੋਸ਼ਨੀ ਵਿੱਚ ਉੱਲੂ ਨੂੰ ਹਨੇਰਾ ਜਾਪਦਾ ਹੈ ਤਾਂ ਭੁਲੇਖੇ ਨਾਲ ਸੂਰਜ ਉਸ ਨੂੰ ਨਹੀਂ ਪ੍ਰਤੀਤ ਹੁੰਦਾ, ਤਿਵੇਂ ਹੀ ਬ੍ਰਹਮ ਸਰੂਪ ਆਤਮਾ ਸਦਾ ਅਨੁਭਵ ਤੋਂ ਪ੍ਰਕਾਸ਼ਦਾ ਹੈ ਤੇ ਅਵਿਦਿਆ ਤੋਂ ਨਹੀਂ ਪਾਸਦਾ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਉੱਲੂ ਹੁੰਦਾ ਹੈ, ਸੂਰਜ ਦੀ ਰੋਸ਼ਨੀ ਵੀ ਹੋਵੇ, ਉਹਨੂੰ ਹਨੇਰਾ ਹੀ ਸਾਰੇ ਪਾਸੇ ਨਜ਼ਰ ਆਉਂਦਾ ਹੈ ਤੇ ਭੁਲੇਖੇ ਨਾਲ ਉਹਨੂੰ ਸੂਰਜ ਨਹੀਂ ਨਜ਼ਰ ਆਉਂਦਾ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਬ੍ਰਹਮ ਸਰੂਪ ਆਤਮਾ ਜੋ ਪਾਰ ਬ੍ਰਹਮ ਈਸ਼ਵਰ ਰੂਪ ਆਤਮਾ ਹੈ, ਉਸ ਦਾ ਅਸੀਂ ਅਨੁਭਵ ਕਰ ਸਕਦੇ ਹਾਂ। ਅਸੀਂ ਦੇਖ ਨਹੀਂ ਸਕਦੇ ਪਰ ਅਨੁਭਵ ਤੋਂ ਇਹ ਪ੍ਰਕਾਸ਼ਦਾ ਹੈ। ਅਵਿਦਿਆ ਜਿਹੜੀ ਹੈ ਉਸ ਦਾ ਕਰਕੇ ਅਸੀਂ ਕਦੀ ਵੀ ਆਪਣੀ ਆਤਮਾ ਦੇ ਨਾਲ ਜੁੜ ਨਹੀਂ ਸਕਦੇ, ਉਹਦੀ ਪਹਿਚਾਣ ਨਹੀਂ ਕਰ ਸਕਦੇ। ਸੋ ਗੁਰੂ ਪਿਆਰੀ ਸਾਧ ਸੰਗਤ ਦਾ ਜੋ ਪ੍ਰਸੰਗ ਹੈ ਉਸ ਦੀ ਸਮਾਪਤੀ ਕਰਦੇ ਹਾਂ। ਅਸੀਂ ਆਪਣੀ ਅਵਿਦਿਆ ਨੂੰ ਦੂਰ ਕਰਨਾ, ਅਗਿਆਨਤਾ ਨੂੰ ਦੂਰ ਕਰਨਾ ਹੈ, ਫਿਰ ਹੀ ਸਾਡੇ ਭਰਮ ਭੁਲੇਖੇ ਦੂਰ ਹੋਣਗੇ, ਅਸੀਂ ਸੱਚ ਦੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ महाराज की जय। जो बोले सो नरपै, भगवान वाल्मीकि महाराज की जय।